ਹੈਲੋ एवरीवन ਵੈਲਕਮ ਟੂ CBC ਅਕੈਡਮੀ ਔਰ ਮੈਂ ਹਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਪੋਲਿਟੀ ਦਾ ਲੈਕਚਰ ਜਿਹਦੇ ਵਿੱਚ ਆਪਾਂ ਪੜ੍ਹਾਂਗੇ ਐਮਰਜੈਂਸੀ ਪ੍ਰੋਵੀਜ਼ਨਸ ਬਾਰੇ, ਪਾਰਲੀਮੈਂਟਰੀ ਸਿਸਟਮ ਬਾਰੇ ਆਪਣੇ ਅਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਮਤਲਬ ਇਸ ਟੌਪਿਕ ਦੇ ਵਿੱਚ ਕੰਟੀਨਿਊ ਰੱਖਾਂਗੇ। ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਹੜੇ ਆਰਟੀਕਲ ਦੇ ਅਕੋਰਡਿੰਗ ਐਮਰਜੈਂਸੀ ਲਾਈ ਜਾਂਦੀ ਹੁੰਦੀ ਹੈ ਅਤੇ ਪ੍ਰੈਜ਼ੀਡੈਂਟ ਦਾ ਕੀ ਰੋਲ ਹੁੰਦਾ, ਕਿੰਨੇ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ, ਜੋ ਰੈਲੇਵੈਂਟ ਚੀਜ਼ਾਂ ਹੈਗੀਆਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਸਾਰੀਆਂ ਕੀਤੀਆਂ ਜਾਣਗੀਆਂ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਐਮਰਜੈਂਸੀ ਦਾ ਟੌਪਿਕ। The emergency provisions are contained in the part 13th of the Constitution from the Article 352 to 360। ਜਿਹੜਾ ਐਮਰਜੈਂਸੀ ਪ੍ਰੋਵੀਜ਼ਨ ਦਾ ਜਿਹੜੇ ਪਾਰਟ ਹੈਗਾ ਉਹ ਹੈਗਾ 13ਵੇਂ ਪਾਰਟ ਦੇ ਵਿੱਚ ਐਮਰਜੈਂਸੀ ਪ੍ਰੋਵੀਜ਼ਨ ਦਿੱਤੀਆਂ ਹੋਈਆਂ ਅਤੇ ਆਪਣੇ ਆਰਟੀਕਲ ਕਿਹੜੇ ਹੈਗੇ 352 ਆਰਟੀਕਲ ਤੋਂ ਲੈ ਕੇ 360 ਆਰਟੀਕਲ ਤੱਕ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗੇ ਆਰਟੀਕਲ ਇਹਨਾਂ ਦੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ 352 ਤੋਂ 360 ਆਰਟੀਕਲ ਸਾਰੇ ਦੇ ਸਾਰੇ ਆਪਾਂ ਜੋ ਰੈਲੇਵੈਂਟ ਹੈਗੇ ਆਪਾਂ ਸਾਰੇ ਪੜ੍ਹਾਂਗੇ ਇਹਨਾਂ 'ਚੋਂ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਵੀ ਐਮਰਜੈਂਸੀਆਂ ਹੁੰਦੇ ਕਿੰਨਾ ਤਰ੍ਹਾਂ ਦੀਆਂ। 3 ਤਰ੍ਹਾਂ ਦੀਆਂ ਐਮਰਜੈਂਸੀਜ਼ ਹੁੰਦੀਆਂ। ਇੱਕ ਤਾਂ ਹੁੰਦੀ ਹੈ ਨੈਸ਼ਨਲ ਐਮਰਜੈਂਸੀ, ਇੱਕ ਹੁੰਦੀ ਹੈ ਪ੍ਰੈਜ਼ੀਡੈਂਸ਼ੀਅਲ ਐਮਰਜੈਂਸੀ, ਇੱਕ ਹੁੰਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ ਜੀ। ਨੈਸ਼ਨਲ ਐਮਰਜੈਂਸੀ ਦੇ ਵਿੱਚ ਕੀ ਹੁੰਦਾ ਕਿ ਆਪਣੀ ਕੰਟਰੀ ਦੇ ਵਿੱਚ ਕਿਸੇ ਤਰ੍ਹਾਂ ਦੇ ਡਿਸਟਰਬੈਂਸਿਸ ਚੱਲ ਰਹੇ ਆ, ਜਿਵੇਂ ਕਿ ਆਪਣੇ ਕਹਿ ਸਕਦੇ ਹਾਂ ਵੀ ਜਿਹੜੀ ਆਪਣੀ ਇੰਦਰਾ ਗਾਂਧੀ ਦੇ ਦੌਰਾਨ ਦੇ ਟਾਈਮ 'ਤੇ ਲੱਗੀ ਸੀ ਐਮਰਜੈਂਸੀ, ਜਾਂ ਜੀ ਹੋਰ ਵੀ ਆਪਣੇ ਜਿਹੜੀਆਂ ਵਾਰਸ ਦੇ ਦੌਰਾਨ ਐਮਰਜੈਂਸੀ ਲਾਈਆਂ ਜਾਂਦੀਆਂ ਹੁੰਦੀਆਂ। ਇਹਦੇ ਵਿੱਚ ਕੀ ਹੁੰਦੀਆਂ ਵੀ ਜਿਹੜੀਆਂ ਸਟੇਟ ਦੀਆਂ ਪਾਵਰਸ ਹੁੰਦੀਆਂ ਸੈਂਟਰ ਕੋਲ ਚਲੀਆਂ ਜਾਂਦੀਆਂ ਹੁੰਦੀਆਂ। ਜਿਹੜਾ ਆਪਣਾ ਫੈਡਰਲ ਸਟਰਕਚਰ ਹੈਗਾ ਉਹ ਚੇਂਜ ਹੋ ਜਾਂਦਾ ਇਨਟੂ ਯੂਨਾਈਟਰੀ ਫੀਚਰਸ ਦੇ ਵਿੱਚ। ਠੀਕ ਹੈ ਜੀ। ਫੈਡਰਲ ਕੀ ਹੁੰਦਾ ਜਿਹਦੇ ਵਿੱਚ ਕਲੀਅਰ ਕੱਟ ਡਿਵੀਜ਼ਨ ਆਫ ਪਾਵਰਸ ਹੁੰਦੀਆਂ, ਕੋਈ ਸੈਂਟਰ ਕੋਲ ਪਾਵਰ ਹੁੰਦੀਆਂ, ਕੋਈ ਸਟੇਟ ਕੋਲ ਪਾਵਰਸ ਹੁੰਦੀਆਂ। ਪਰ ਜਦੋਂ ਐਮਰਜੈਂਸੀ ਲੱਗ ਜਾਂਦੀ ਹੁੰਦੀ ਹੈ ਤਾਂ ਇਹ ਚੀਜ਼ ਨਹੀਂ ਰਹਿੰਦੀ ਹੁੰਦੀ, ਜਿਹੜੀਆਂ ਪਾਵਰਸ ਹੈਗੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਸੈਂਟਰ ਕੋਲ ਹੋ ਜਾਂਦੀਆਂ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਆਪਾਂ ਪੜ੍ਹਦੇ ਹਾਂ ਹੋਰ ਕੀ ਹੈ। ਦੀਜ਼ ਪ੍ਰੋਵੀਜ਼ਨ ਇਨੇਬਲ ਦਾ ਸੈਂਟਰਲ ਗੌਰਮੈਂਟ ਟੂ ਮੀਟ ਐਨੀ ਐਬਨੋਰਮਲ ਸਿਚੁਏਸ਼ਨ ਇਫੈਕਟਿਵਲੀ। ਕਿਸੇ ਵੀ ਤਰ੍ਹਾਂ ਦੀ ਮਤਲਬ ਐਮਰਜੈਂਸੀ ਦੀ ਸਿਚੁਏਸ਼ਨ ਆ ਜਾਂਦੀ ਹੈ ਉਹਦੇ ਨਾਲ ਡੀਲ ਕਰਨ ਦਾ ਮੌਕਾ ਦਿੰਦੀ ਹੈ, ਜਾਂ ਕਹਿ ਸਕਦੇ ਆ ਡੀਲ ਕਰਨ ਦਾ ਤਰੀਕਾ ਦੱਸਦੀ ਹੈ ਸੈਂਟਰਲ ਗੌਰਮੈਂਟ ਨੂੰ। ਉਹਦੇ ਕੋਲ ਬਹੁਤ ਸਾਰੀਆਂ ਐਗਜ਼ੀਕਿਊਟਿਵ ਪਾਵਰਸ, ਲੈਜਿਸਲੇਟਿਵ ਪਾਵਰ ਜਾਂ ਹੋਰ ਵੀ ਜਿੰਨੇ ਤਰ੍ਹਾਂ ਦੀਆਂ ਪਾਵਰਸ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਲਗਭਗ ਸੈਂਟਰ ਗੌਰਮੈਂਟ ਕੋਲ ਆ ਜਾਂਦੀ ਹੈ। ਸੈਂਟਰ ਗੌਰਮੈਂਟ ਨੂੰ ਮੌਕਾ ਮਿਲ ਜਾਂਦਾ ਸਟੇਟ ਗੌਰਮੈਂਟ ਦੀ ਪਾਵਰਸ 'ਤੇ ਓਵਰਰਾਈਡ ਕਰਨ ਦਾ, ਤਿੰਨੇ ਹੀ ਕੇਸਾਂ ਦੇ ਵਿੱਚ। ਸੋ ਅੱਡ ਅੱਡ ਹੈਗੀਆਂ ਉਹਨਾਂ ਦੀ ਵੇਰੀਏਸ਼ਨਸ ਅੱਡ ਅੱਡ ਹੈਗੀਆਂ। ਸੋ ਓਨੀ ਡਿਟੇਲ ਆਪਣੇ ਲਈ ਰੈਲੇਵੈਂਟ ਹੈ ਨਹੀਂ ਗੀ। ਜੋ ਚੀਜ਼ਾਂ ਆਪਣੇ ਲਈ ਜ਼ਰੂਰੀ ਹੈਗੀਆਂ ਅਤੇ ਆਪਣਾ ਸਿਲੇਬਸ ਜਲਦੀ ਕਵਰ ਕਰਵਾ ਦੇਣ ਉਸੇ ਢੰਗ ਦੇ ਨਾਲ ਆਪਾਂ ਪੜ੍ਹਾਂਗੇ। ਠੀਕ ਹੈ ਜੀ। This kind of transformation of all the political system from the federal during the normal times to unitary during the emergency is a unique feature of the Indian Constitution। ਇਹ ਬਹੁਤ ਹੀ ਯੂਨੀਕ ਫੀਚਰ ਹੈਗਾ ਆਪਣੇ ਸੰਵਿਧਾਨ ਦਾ ਵੀ। ਵੈਸੇ ਤਾਂ ਆਪਣਾ ਜਿਹੜਾ ਸੰਵਿਧਾਨ ਹੈਗਾ ਫੈਡਰਲ ਫੀਚਰ ਦਾ। ਫੈਡਰਲ ਕੀ ਹੁੰਦਾ ਫਿਰ ਮੈਂ ਵਾਰੀ ਦੱਸਣਾ, ਜਿੱਥੇ ਕਲੀਅਰ ਕੱਟ ਡਿਵੀਜ਼ਨ ਹੁੰਦੀ ਹੈ ਪਾਵਰ ਦੀ, ਜਿੱਥੇ ਸੈਂਟਰ ਕੋਲ ਅੱਡ ਪਾਵਰਸ ਹੁੰਦੀਆਂ, ਸਟੇਟਾਂ ਕੋਲ ਅੱਡ ਪਾਵਰਸ ਹੁੰਦੀਆਂ। ਇੱਕ ਯੂਨੀਕ ਫੀਚਰ ਹੈ ਜਦੋਂ ਆਪਣੇ ਐਮਰਜੈਂਸੀ ਇੰਪੋਜ਼ ਕਰ ਦਿੱਤੀ ਜਾਂਦੀ ਹੁੰਦੀ ਹੈ ਤਾਂ ਜਿਹੜੀਆਂ ਸਟੇਟਸ ਦੀਆਂ ਪਾਵਰ ਹੁੰਦੀਆਂ ਸਾਰੀਆਂ ਦੀਆਂ ਸਾਰੀਆਂ ਸੈਂਟਰ ਕੋਲ ਚਲੀਆਂ ਜਾਂਦੀਆਂ ਹੁੰਦੀਆਂ। ਇਹਨੂੰ ਕਹਿੰਦੇ ਓਵਰਰਾਈਡ ਕਰਨਾ ਸਟੇਟਸ ਨੂੰ। ਠੀਕ ਹੈ ਜੀ। ਸੋ ਇਸ ਲਈ ਜਦੋਂ ਐਮਰਜੈਂਸੀ ਲੱਗਦੀ ਹੁੰਦੀ ਹੈ ਤਾਂ ਇਹਦੇ ਉੱਤੇ ਜੁਡੀਸ਼ੀਅਲ ਰਿਵਿਊ ਵੀ ਲਾਇਆ ਜਾ ਸਕਦਾ ਹੁੰਦਾ। ਭਾਵੇਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲੱਗੇ, ਤੁਸੀਂ ਕੋਈ ਵੀ PIL ਦੇ ਥਰੂ ਜਾਂ ਕੋਈ ਵੀ ਜਿਹੜਾ ਵੀ ਜਾਂ ਸਟੇਕ ਹੋਲਡਰਸ ਹੈਗੇ ਆ ਉਹ PIL ਦੇ ਥਰੂ ਚੈਲੰਜ ਕਰ ਸਕਦੇ ਆ ਵੀ ਹਾਂ ਵੀ ਜਿਹੜੀ ਐਮਰਜੈਂਸੀ ਹੈਗੀ ਹੈ ਲਾਅ ਦੇ ਅਕੋਰਡਿੰਗ ਲੱਗੀ ਹੈ ਕਿ ਨਹੀਂ ਲੱਗੀ, ਰੂਲ ਦੇ ਅਕੋਰਡਿੰਗ ਲੱਗੀ ਹੈ ਕਿ ਨਹੀਂ ਲੱਗੀ। ਸੋ ਇਸ ਚੀਜ਼ ਨੂੰ ਕਿਹਾ ਜਾਂਦਾ ਜੁਡੀਸ਼ੀਅਲ ਰਿਵਿਊ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਪੜ੍ਹਦੇ ਹਾਂ ਹੋਰ ਕੀ ਰੈਲੇਵੈਂਟ ਹੈਗਾ ਆਪਣੇ ਲਈ। ਆਪਣੇ ਸੰਵਿਧਾਨ ਦੇ ਵਿੱਚ 3 ਤਰ੍ਹਾਂ ਦੀ ਐਮਰਜੈਂਸੀ ਮੈਂਸ਼ਨ ਕੀਤੀਆਂ ਹੋਈਆਂ 352 ਆਰਟੀਕਲ ਦੇ ਅਕੋਰਡਿੰਗ, 356 ਦੇ ਅਤੇ 360 ਦੇ। ਜਿਹੜੀ 352 ਆਰਟੀਕਲ ਦੇ ਅਕੋਰਡਿੰਗ ਐਮਰਜੈਂਸੀ ਲਾਈ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਨੈਸ਼ਨਲ ਐਮਰਜੈਂਸੀ ਜਾਂ ਅਤੇ ਜਿਹੜੀ ਆਪਣੀ 356 ਦੇ ਅਕੋਰਡਿੰਗ ਲਾਈ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਪ੍ਰੈਜ਼ੀਡੈਂਟ ਰੂਲ। ਠੀਕ ਹੈ ਜੀ। ਅਤੇ 360 ਦੇ ਅਕੋਰਡਿੰਗ ਜਿਹੜੀ ਲਾਈ ਜਾਂਦੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਫਾਈਨੈਂਸ਼ੀਅਲ ਐਮਰਜੈਂਸੀ। ਸੋ ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ। ਐਨ ਐਮਰਜੈਂਸੀ ਡਿਊ ਟੂ ਵਾਰ, ਐਕਸਟਰਨਲ ਅਗਰੈਸ਼ਨ ਔਰ ਦਾ ਆਰਮਡ ਰਿਬੇਲੀਅਨ। ਸੋ ਜਿਹੜੇ 3 ਗਰਾਊਂਡਸ ਮੈਂਸ਼ਨ ਕੀਤੇ ਹੋਏ ਆ ਇਹ 3 ਗਰਾਊਂਡਸ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਪੁੱਛ ਲਏ ਜਾਂਦੇ ਹੁੰਦੇ ਆ ਵੀ ਐਮਰਜੈਂਸੀ ਕਿਹੜੇ ਜਿਹੜੀ ਆਪਣੀ ਨੈਸ਼ਨਲ ਐਮਰਜੈਂਸੀ ਹੈਗੀ ਹੈ ਕਿਹੜੇ ਗਰਾਊਂਡਸ 'ਤੇ ਲਾਈ ਜਾ ਸਕਦੀ ਹੁੰਦੀ ਹੈ। ਗਰਾਊਂਡਸ ਕੀ ਹੁੰਦੇ ਆ ਵੀ ਉਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਏ ਤਾਂ ਐਮਰਜੈਂਸੀ ਲਾਈ ਜਾ ਸਕਦੀ ਹੁੰਦੀ ਹੈ। ਠੀਕ ਹੈ ਜੀ। ਕਿਹੜੇ ਗਰਾਊਂਡਸ ਹੈਗੇ ਆ ਵਾਰ, ਐਕਸਟਰਨਲ ਅਗਰੈਸ਼ਨ ਔਰ ਆਰਮਡ ਰਿਬੇਲੀਅਨ ਦੇ ਗਰਾਊਂਡ ਜਿਹੜੇ ਕਿ 352 ਆਰਟੀਕਲ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ ਉਹਨਾਂ ਦੇ ਅਕੋਰਡਿੰਗਲੀ ਆਪਣੇ ਇੰਡੀਆ ਦੇ ਵਿੱਚ ਨੈਸ਼ਨਲ ਐਮਰਜੈਂਸੀ ਇੰਪੋਜ਼ ਕੀਤੀ ਜਾਂਦੀ ਹੁੰਦੀ ਹੈ। ਹਾਊਐਵਰ the constitution employ the expression of the proclamation of the emergency to denote the emergency of this type। ਸੋ ਬਹੁਤ ਇੰਪੋਰਟੈਂਟ ਹੈਗਾ ਨੈਸ਼ਨਲ ਐਮਰਜੈਂਸੀ 352 ਆਰਟੀਕਲ ਦੇ ਅਕੋਰਡਿੰਗ ਲਾਈ ਜਾਂਦੀ ਹੁੰਦੀ ਹੈ। ਕਿਹੜੇ ਗਰਾਊਂਡਸ 'ਤੇ ਲਾਈ ਜਾਂਦੀ ਹੁੰਦੀ ਹੈ ਵਾਰ, ਐਕਸਟਰਨਲ ਅਗਰੈਸ਼ਨ ਅਤੇ ਆਰਮਡ ਰਿਬੇਲੀਅਨ। ਕੱਲ੍ਹ ਨੂੰ ਆਪਾਂ ਨੂੰ ਇੰਨਾ ਵੀ ਪੁੱਛ ਲਿਆ ਜਾਂਦਾ ਹੁੰਦਾ ਵੀ ਕਿੰਨੇ ਗਰਾਊਂਡਸ 'ਤੇ ਲਾਈ ਜਾਂਦੀ ਹੁੰਦੀ ਹੈ
ਤਾਂ 3 ਗਰਾਊਂਡਸ ਹੈਗੇ ਆ ਜਿਨ੍ਹਾਂ ਦੇ ਬੇਸਿਸ 'ਤੇ ਨੈਸ਼ਨਲ ਐਮਰਜੈਂਸੀ ਇੰਡੀਆ ਦੇ ਵਿੱਚ ਇੰਪੋਜ਼ ਕੀਤੀ ਜਾ ਸਕਦੀ ਹੁੰਦੀ ਹੈ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਤੁਸੀਂ ਇਹਨੂੰ ਪ੍ਰੀਸਾਈਜ਼ਲੀ ਯਾਦ ਕਰਨਾ ਵਾ, ਠੀਕ ਹੈ ਜੀ। ਨੈਕਸਟ ਪੜ੍ਹਦੇ ਐਨ ਐਮਰਜੈਂਸੀ ਡਿਊ ਟੂ ਦ ਫੇਲੀਅਰ ਆਫ ਦ ਕੌਨਸਟੀਟਿਊਸ਼ਨਲ ਮਸ਼ੀਨਰੀ ਇਨ ਦ ਸਟੇਟ, ਆਰਟੀਕਲ ਨੰਬਰ 356। ਜਦੋਂ ਸਟੇਟ ਦੀ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਖਰਾਬ ਹੋ ਜਾਂਦੀ ਹੈ। ਮਸ਼ੀਨਰੀ ਖਰਾਬ ਹੋਣ ਦਾ ਮਤਲਬ ਕੀ ਹੁੰਦਾ ਵੀ ਜਿਹੜੀ ਸਟੇਟ ਹੈਗੀ ਹੈ ਸੈਂਟਰ ਦੀ ਹਦਾਇਤਾਂ ਦੇ ਅਕੋਰਡਿੰਗ ਨਹੀਂ ਚੱਲ ਰਹੀ, ਕੋਈ ਰੂਲ ਬ੍ਰੀਚ ਕਰ ਰਹੀ ਹੈ, ਤਾਂ ਉੱਥੇ ਐਮਰਜੈਂਸੀ ਲਾਈ ਜਾ ਸਕਦੀ ਹੁੰਦੀ ਹੈ, ਠੀਕ ਹੈ ਜੀ। ਤਾਂ ਇਹ ਹੈ ਜੀ ਸਿਚੁਏਸ਼ਨ ਜਦੋਂ ਕ੍ਰੀਏਟ ਹੋ ਜਾਂਦੀ ਹੁੰਦੀ ਹੈ, ਜਦੋਂ ਜਿਹੜੀ ਸਟੇਟ ਦੀ ਮਸ਼ੀਨਰੀ ਹੈਗੀ ਹੈ ਉਹ ਸੈਂਟਰ ਦੀਆਂ ਹਦਾਇਤਾਂ ਦੇ ਅਕੋਰਡਿੰਗ ਜਾਂ ਲਾਅ ਦੀ ਜਾਂ ਕੌਨਸਟੀਟਿਊਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗ ਨਹੀਂ ਚੱਲ ਰਹੀ ਹੁੰਦੀ, ਤਾਂ ਗਵਰਨਰ ਰੈਕਮੈਂਡ ਕਰ ਸਕਦਾ ਹੁੰਦਾ ਵੀ ਹਾਂ ਵੀ ਮੇਰੀ ਸਟੇਟ ਦੇ ਵਿੱਚ ਮਤਲਬ ਜਿਹੜੇ ਹਾਲਾਤ ਹੈਗੇ ਆ ਸਹੀ ਹੈ ਨਹੀਂ ਕਿ ਤੁਸੀਂ ਐਮਰਜੈਂਸੀ ਲਾ ਸਕਦੇ ਹੁੰਦੇ ਹੋ। ਪਰ ਜਿਹੜੀ ਇਹ ਵਾਲੀ ਐਮਰਜੈਂਸੀ ਹੁੰਦੀ ਜਿਵੇਂ ਮੈਂ ਆਲਰੇਡੀ ਦੱਸ ਚੁੱਕਿਆ ਵੀ ਕੋਰਟ ਦੇ ਵਿੱਚ ਵੀ ਚੈਲੰਜ ਕੀਤੀ ਜਾ ਸਕਦੀ ਹੁੰਦੀ ਹੈ। ਅਗਰ ਕੋਰਟ ਕਹੂਗਾ ਹਾਂ ਵੀ ਤੁਹਾਡੀ ਜਿਹੜੀ ਐਮਰਜੈਂਸੀ ਗਲਤ ਲਾਈ ਹੈ ਤਾਂ ਉਹ ਰੈਵੋਕੇਸ਼ਨ ਹੋ ਜਾਊਗੀ, ਮਤਲਬ ਹਟਾ ਦਿੱਤੀ ਜਾਊਗੀ ਉਹਦੇ ਤੋਂ ਐਮਰਜੈਂਸੀ, ਠੀਕ ਹੈ ਜੀ। ਸੋ ਜਿਹੜੀ 356 ਆਰਟੀਕਲ ਦੇ ਅਕੋਰਡਿੰਗ ਲਾਈ ਜਾਂਦੀ ਐਮਰਜੈਂਸੀ, ਉਸ ਚੀਜ਼ ਨੂੰ ਕਿਹਾ ਜਾਂਦਾ ਪ੍ਰੈਜ਼ੀਡੈਂਟ ਰੂਲ। ਬਹੁਤ ਹੀ ਇੰਪੋਰਟੈਂਟ ਹੈਗਾ। It is also known as the state emergency or the constitutional emergency. However, the constitution does not use the word emergency for this situation. ਬਹੁਤ ਇੰਪੋਰਟੈਂਟ ਹੈਗਾ। ਕੱਲ੍ਹ ਨੂੰ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਤਿੰਨਾਂ ਐਮਰਜੈਂਸੀ ਦੇ ਵਿੱਚੋਂ ਕਿਹੜੀ ਹੈ ਜੀ ਐਮਰਜੈਂਸੀ ਹੈਗੀ ਹੈ ਜਿਹਦੇ ਨਾਲ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਕਿਤੇ ਵੀ ਵਰਡ ਐਮਰਜੈਂਸੀ ਨਹੀਂ ਯੂਜ਼ ਕੀਤਾ ਹੋਇਆ। ਇੱਥੇ ਕੀ ਯੂਜ਼ ਕੀਤੇ ਹੋਇਆ ਵਰਡ? ਪ੍ਰੈਜ਼ੀਡੈਂਟ ਰੂਲ, ਕੌਨਸਟੀਟਿਊਸ਼ਨਲ ਰੂਲ, ਠੀਕ ਹੈ ਜੀ। ਸੋ ਇਹ ਜੀ ਚੀਜ਼ਾਂ ਮਤਲਬ ਮੈਂਸ਼ਨ ਕੀਤੀਆਂ ਹੋਈਆਂ। ਵੈਸੇ ਆਪਾਂ ਜਨਰਲ ਟਰਮਸ ਦੇ ਵਿੱਚ ਆਪਾਂ ਜਿਹੜੇ ਮਤਲਬ ਆਮ ਟਰਮਸ ਦੇ ਵਿੱਚ ਕਹਿ ਦਿੰਦੇ ਹੁੰਦੇ ਹਾਂ ਆਪਾਂ ਵੀ ਸਟੇਟ ਐਮਰਜੈਂਸੀ ਲੱਗੀ ਹੈ, ਕੌਨਸਟੀਟਿਊਸ਼ਨ ਐਮਰਜੈਂਸੀ ਲੱਗੀ ਹੈ, ਪਰ ਆਪਣੇ ਸੰਵਿਧਾਨ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਈ ਕਿਸੇ ਤਰ੍ਹਾਂ ਦੀ ਐਮਰਜੈਂਸੀ ਵਰਡ ਯੂਜ਼ ਨਹੀਂ ਕੀਤਾ ਹੋਇਆ। ਸੋ ਇਹ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਹੋਇਆ। ਸੋ ਇਸ ਤਰ੍ਹਾਂ ਦੇ ਹੀ ਕੁਐਸਚਨ ਆਉਂਦੇ ਆ ਆਪਾਂ ਨੂੰ। ਪਹਿਲਾ ਜਿਹੜਾ ਕੁਐਸਚਨ ਬਣੂਗਾ ਉਹ ਆਰਟੀਕਲਸ 'ਤੇ ਬਣੂਗਾ, ਉਸ ਤੋਂ ਬਾਅਦ 352 ਦੇ ਗਰਾਊਂਡਸ 'ਤੇ ਬਣੂਗਾ, ਉਸ ਤੋਂ ਬਾਅਦ 356 ਆਰਟੀਕਲ ਦੇ ਵਿੱਚ ਐਮਰਜੈਂਸੀ ਦਾ ਵਰਡ ਦਾ ਯੂਜ਼ ਨਹੀਂ ਕੀਤਾ ਗਿਆ, ਠੀਕ ਹੈ ਜੀ। ਪ੍ਰੈਜ਼ੀਡੈਂਟ ਰੂਲ ਦੇ ਵਿੱਚ ਕੀ ਹੁੰਦਾ, ਜਿਹੜੀਆਂ ਸਟੇਟ ਦੀਆਂ ਜਿੰਨੀਆਂ ਵੀ ਪਾਵਰਸ ਹੁੰਦੀਆਂ ਸਾਰੀਆਂ ਦੀਆਂ ਸਾਰੀਆਂ ਸੈਂਟਰ ਕੋਲ ਚਲੀਆਂ ਜਾਂਦੀਆਂ ਹੁੰਦੀਆਂ ਅਤੇ ਪ੍ਰੈਜ਼ੀਡੈਂਟ ਉਹ ਪਾਵਰਸ ਨੂੰ ਡੈਲੀਗੇਟ ਕਰਦਾ ਹੁੰਦਾ, ਮਤਲਬ ਪ੍ਰੈਜ਼ੀਡੈਂਟ ਉਹ ਸਟੇਟ ਨੂੰ ਚਲਾਉਂਦਾ ਹੁੰਦਾ, ਜਾਂ ਪ੍ਰੈਜ਼ੀਡੈਂਟ ਅੱਗੇ ਹੋਰ ਕਹਿ ਦਿੰਦਾ ਵੀ ਗਵਰਨਰ ਨੂੰ ਹਾਂ ਵੀ ਸਾਰੀਆਂ ਦੇ ਸਾਰੀਆਂ ਜਿਹੜੀਆਂ ਐਗਜ਼ੀਕਿਊਟਿਵ ਜਾਂ ਲੈਜਿਸਲੇਚਰ ਪਾਵਰ ਹੈਗੀਆਂ ਮੈਂ ਤੈਨੂੰ ਦੇਣਾ, ਤੂੰ ਚਲਾ ਲੈ, ਠੀਕ ਹੈ ਜੀ। ਸੋ ਸਭ ਤੋਂ ਇੰਪੋਰਟੈਂਟ ਗੱਲ ਆਹੀ ਬਣਦੀ ਹੈ ਵੀ ਜਿਹੜੀਆਂ ਪਾਵਰਸ ਹੁੰਦੀਆਂ ਸਟੇਟ ਗੌਰਮੈਂਟ ਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਸੈਂਟਰ ਗੌਰਮੈਂਟ ਕੋਲ ਚਲੀਆਂ ਜਾਂਦੀਆਂ ਹੁੰਦੀਆਂ। ਸੋ ਨੈਕਸਟ ਤਰ੍ਹਾਂ ਦੀ ਕਿਹੜੀ ਐਮਰਜੈਂਸੀ ਹੈਗੀ ਹੈ? ਨੈਕਸਟ ਨੂੰ ਕਿਹਾ ਜਾਂਦਾ ਫਾਈਨੈਂਸ਼ੀਅਲ ਐਮਰਜੈਂਸੀ। ਜਦੋਂ ਇਹਦੀ ਸਿਚੁਏਸ਼ਨ ਉੱਭਰ ਕੇ ਸਾਹਮਣੇ ਆਉਂਦੀ ਹੈ ਵੀ ਹਾਂ ਵੀ ਜਿਹੜੇ ਆਪਣੇ ਕੰਟਰੀ ਹੈਗੀ ਹੈ ਉਹ ਡੈਟ ਦੇ ਵਿੱਚ ਚਲੀ ਜਾ ਰਹੀ ਹੈ, ਜਿਹੜੀ ਆਪਣੀ GDP ਹੈਗੀ ਹੈ ਮਤਲਬ ਲਗਾਤਾਰ ਕੰਟਰੈਕਟ ਹੁੰਦੀ ਜਾ ਰਹੀ ਹੈ, ਮਤਲਬ ਘਟਦੀ ਜਾ ਰਹੀ ਹੈ, ਤਾਂ ਉਸ ਸਿਚੁਏਸ਼ਨ 'ਤੇ ਫਾਈਨੈਂਸ਼ੀਅਲ ਐਮਰਜੈਂਸੀ ਲਾਈ ਜਾ ਸਕਦੀ ਹੁੰਦੀ ਹੈ। ਫਾਈਨੈਂਸ਼ੀਅਲ ਐਮਰਜੈਂਸੀ ਦੇ ਵਿੱਚ ਹੁੰਦਾ ਕੀ ਹੈ, ਜਿਹੜੇ ਐਕਸਪੈਂਸਿਸ ਹੁੰਦੇ ਆ ਗੌਰਮੈਂਟ ਦੇ ਉਹ ਰੈਗੂਲੇਟ ਕੀਤੇ ਜਾਂਦੇ ਆ, ਘਟਾਏ ਜਾਂਦੇ ਹੁੰਦੇ ਆ, ਸਾਰਿਆਂ ਦੀ ਸੈਲਰੀਜ਼ ਘਟਾਈਆਂ ਜਾਂਦੀਆਂ ਹੁੰਦੀਆਂ, ਇਨਕਲੂਡਿੰਗ ਦੀ ਜੱਜ ਆਫ ਦਾ ਹਾਈ ਕੋਰਟ ਸੈਲਰੀ ਘਟਾਈ ਜਾਂਦੀ ਹੁੰਦੀ ਹੈ ਡਿਊਰਿੰਗ ਦੀ ਫਾਈਨੈਂਸ਼ੀਅਲ ਐਮਰਜੈਂਸੀ। ਸੋ ਫਾਈਨੈਂਸ਼ੀਅਲ ਐਮਰਜੈਂਸੀ ਕਿਸੇ ਪਰਟੀਕੂਲਰ ਥਾਂ 'ਤੇ ਲਾਈ ਜਾ ਸਕਦੀ ਹੁੰਦੀ ਹੈ, ਪੂਰੀ ਇੰਡੀਆ ਦੇ ਵਿੱਚ ਲਾਈ ਜਾ ਸਕਦੀ ਹੁੰਦੀ ਹੈ, ਪਰਟੀਕੂਲਰ ਡਿਸਟ੍ਰਿਕਟ ਦੇ ਵਿੱਚ ਲਾਈ ਜਾ ਸਕਦੀ ਹੁੰਦੀ ਹੈ, ਪਰਟੀਕੂਲਰ ਸਟੇਟ ਦੇ ਵਿੱਚ ਲਾਈ ਜਾ ਸਕਦੀ ਹੁੰਦੀ ਹੈ। ਜਿਹੜੀ ਆਪਣੀ ਨੈਸ਼ਨਲ ਐਮਰਜੈਂਸੀ ਹੁੰਦੀ ਹੈ ਉਹ ਵੀ ਇਸੇ ਤਰ੍ਹਾਂ ਹੁੰਦੀ ਹੈ। ਜ਼ਰੂਰੀ ਨਹੀਂ ਵੀ ਨੈਸ਼ਨਲ ਐਮਰਜੈਂਸੀ ਹੈ ਤਾਂ ਪੂਰੀ ਕੰਟਰੀ 'ਤੇ ਲੱਗੂਗੀ, ਇੱਦਾਂ ਨਹੀਂ ਹੁੰਦਾ। ਕਿਸੇ ਪਰਟੀਕੂਲਰ ਥਾਂ 'ਤੇ ਵੀ ਲਾਈ ਜਾ ਸਕਦੀ ਹੁੰਦੀ ਹੈ, ਪਰਟੀਕੂਲਰ ਡਿਸਟ੍ਰਿਕਟ 'ਤੇ ਵੀ ਲਾਈ ਜਾ ਸਕਦੀ ਹੁੰਦੀ ਹੈ, ਪਰਟੀਕੂਲਰ ਸਟੇਟ 'ਤੇ ਵੀ ਲਾਈ ਜਾ ਸਕਦੀ ਹੁੰਦੀ ਹੈ। ਸੋ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ ਹੁੰਦੀ ਹੈ ਉਹ ਵੀ ਪਰਟੀਕੂਲਰ ਥਾਂ ਸਟੇਟ 'ਤੇ ਲਾਈ ਜਾ ਸਕਦੀ ਹੈ, ਇੱਦਾਂ ਨਹੀਂ ਵੀ ਪੂਰੀ ਕੰਟਰੀ 'ਤੇ ਹੀ ਫਾਈਨੈਂਸ਼ੀਅਲ ਐਮਰਜੈਂਸੀ ਲਾਈ ਜਾਂਦੀ ਹੁੰਦੀ ਹੈ, ਠੀਕ ਹੈ ਜੀ। ਹਜੇ ਤੱਕ ਫਾਈਨੈਂਸ਼ੀਅਲ ਐਮਰਜੈਂਸੀ ਆਪਣੇ ਇੰਡੀਆ ਦੇ ਵਿੱਚ ਕਦੀ ਵੀ ਲਾਗੂ ਨਹੀਂ ਹੋਈ ਹੁਣ ਤੱਕ, ਠੀਕ ਹੈ ਜੀ। ਜਿਹੜੀਆਂ ਉੱਪਰ ਵਾਲੀਆਂ ਐਮਰਜੈਂਸੀਜ਼ ਹੈਗੀਆਂ ਪ੍ਰੈਜ਼ੀਡੈਂਟ ਰੂਲ ਜਾਂ ਨੈਸ਼ਨਲ ਐਮਰਜੈਂਸੀ ਆਪਣੀ ਹੁਣ ਤੱਕ 3 ਵਾਰ ਲਾਗੂ ਹੋਈ ਹੈ, ਠੀਕ ਹੈ ਜੀ। ਅਤੇ ਜਿਹੜੀ ਆਪਣੀ ਪ੍ਰੈਜ਼ੀਡੈਂਟ ਰੂਲ ਹੈਗਾ ਜਾਂ ਕੌਨਸਟੀਟਿਊਸ਼ਨਲ ਐਮਰਜੈਂਸੀ ਹੈਗੀ ਉਹ ਤਾਂ ਕਈ ਵਾਰ ਲਾਗੂ ਹੋ ਚੁੱਕੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਪੰਜਾਬ 'ਚ ਵੀ ਹੋਈ ਹੈ ਕਈ ਵਾਰੀ, ਪੰਜਾਬ 'ਚ ਲਗਭਗ 10 ਵਾਰੀ ਲਾਗੂ ਹੋ ਚੁੱਕੀ ਹੈ। ਸੋ ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਸਮਰੀ ਆਫ ਅਮੈਂਡਮੈਂਟ ਪ੍ਰੋਸੀਜਰ। ਸੋ ਆਪਣੇ ਸੰਵਿਧਾਨ ਨੂੰ ਅਮੈਂਡ ਕੀਤਾ ਜਾ ਸਕਦਾ ਹੁੰਦਾ, ਠੀਕ ਹੈ ਜੀ। ਸੋ ਕਿਸ ਢੰਗ ਦੇ ਨਾਲ ਅਮੈਂਡ ਕੀਤਾ ਜਾਂਦਾ ਹੁੰਦਾ ਆਪਣੇ ਅਮੈਂਡਮੈਂਟ ਦਾ ਮਤਲਬ ਕੀ ਹੁੰਦਾ? ਸੰਸ਼ੋਧਨ ਲੈ ਕੇ ਆਉਣਾ ਆਪਣੇ ਸੰਵਿਧਾਨ ਦੇ ਵਿੱਚ। ਸੋ ਕਿਸ ਤਰ੍ਹਾਂ ਆਪਣੇ ਸੰਵਿਧਾਨ ਨੂੰ ਅਮੈਂਡ ਕੀਤਾ ਜਾ ਸਕਦਾ ਹੁੰਦਾ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਕੁਛ ਤਰੀਕੇ ਹੁੰਦੇ ਆ ਅਮੈਂਡ ਕਰਨ ਦੇ, ਸਾਰੇ ਤਰੀਕੇ ਪੜ੍ਹਨ ਦੀ ਲੋੜ ਹੈ ਨਹੀਂ, ਪਰ ਜਿਹੜਾ ਬੇਸਿਕ ਹੈਗਾ ਅਮੈਂਡਮੈਂਟ ਦਾ ਪ੍ਰੋਸੀਜਰ ਉਹਨਾਂ ਨੂੰ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਦ ਅਮੈਂਡਮੈਂਟ ਪ੍ਰੋਸੀਜਰ ਆਫ ਇੰਡੀਅਨ ਕੌਨਸਟੀਟਿਊਸ਼ਨ ਇਜ਼ ਦਾ ਨੀਦਰ ਫਲੈਕਸੀਬਲ ਨੋਰ ਰਿਜਿਡ ਬਟ ਏ ਸਿੰਥੇਸਿਸ ਆਫ ਬੋਥ। ਇਹਦਾ ਮਤਲਬ ਕੀ ਹੁੰਦਾ ਵੀ ਜਿਹੜਾ ਆਪਣਾ ਸੰਵਿਧਾਨ ਹੈਗਾ ਉਹ ਇੱਦਾਂ ਦਾ ਵੀ ਹੈ ਨਹੀਂ ਗਾ ਵੀ ਇਹਨੂੰ ਅਮੈਂਡ ਹੀ ਨਹੀਂ ਕੀਤਾ ਜਾ ਸਕਦਾ ਹੁੰਦਾ, ਠੀਕ ਹੈ ਜੀ। ਨਾ ਹੀ ਇੰਨਾ ਸੌਖਾ ਹੈ ਵੀ ਇਹਨੂੰ ਈਜ਼ੀਲੀ ਅਮੈਂਡ ਕੀਤਾ ਜਾ ਸਕੇ, ਇੰਨਾ ਮੋਲਡ ਈਜ਼ੀਲੀ ਕੀਤਾ ਜਾ ਸਕੇ, ਠੀਕ ਹੈ ਜੀ।
ਜਿਹੜਾ ਸਿੰਪਲ ਐਗਜ਼ਾਮਪਲ ਦੇਵਾਂ ਵੀ ਜਿਵੇਂ ਆਪਣਾ ਅਮਰੀਕਾ ਦਾ ਕੌਨਸਟੀਟਿਊਸ਼ਨ ਅਤੇ ਬ੍ਰਿਟੇਨ ਦਾ ਕੌਨਸਟੀਟਿਊਸ਼ਨ, ਇਹਨਾਂ ਦੋਨਾਂ ਦਾ ਮਿਕਸਚਰ ਹੈ ਆਪਣਾ ਕੌਨਸਟੀਟਿਊਸ਼ਨ, ਠੀਕ ਹੈ, ਜੇ ਵੱਡੇ ਪੱਧਰ 'ਤੇ ਵੇਖਿਆ ਜਾਵੇ, ਬਰੋਡ ਵਿਜ਼ਨ ਨਾਲ ਵੇਖਿਆ ਜਾਵੇ। ਕਿਉਂਕਿ ਜਿਹੜਾ ਅਮਰੀਕਾ ਦਾ ਕੌਨਸਟੀਟਿਊਸ਼ਨ ਹੈਗਾ ਉਹਨੂੰ ਅਮੈਂਡ ਕਰਨਾ ਬਹੁਤ ਹੀ ਡਿਫੀਕਲਟ ਹੈਗਾ, ਜੇ ਜਿਹੜਾ ਬ੍ਰਿਟੇਨ ਦਾ ਸੰਵਿਧਾਨ ਹੈਗਾ ਉਹਨੂੰ ਅਮੈਂਡ ਕਰਨਾ ਬਹੁਤ ਹੀ ਈਜ਼ੀ ਹੈਗਾ। ਸੋ ਦੋਨਾਂ ਦਾ ਸਿੰਥੇਸਿਸ ਹੈਗਾ। ਕੁਝ ਚੀਜ਼ਾਂ ਤਾਂ ਅਜਿਹੀਆਂ ਹੈਗੀਆਂ ਜੋ ਬਹੁਤ ਹੀ ਈਜ਼ੀਲੀ ਅਮੈਂਡ ਕੀਤੀਆਂ ਜਾ ਸਕਦੀਆਂ ਆਪਣੇ ਸੰਵਿਧਾਨ ਦੇ ਵਿੱਚ, ਜਿਹੜੀਆਂ ਕਿ ਸਿੰਪਲ ਮੈਜੋਰਿਟੀ ਦੇ ਨਾਲ ਹੀ ਅਮੈਂਡ ਕੀਤੀਆਂ ਜਾ ਸਕਦੀਆਂ ਹੁੰਦੀਆਂ। ਪਰ ਕੁਝ ਚੀਜ਼ਾਂ ਅਜਿਹੀਆਂ ਹੈਗੀਆਂ ਜਿਹਦੇ ਵਿੱਚ ਸਪੈਸ਼ਲ ਮੈਜੋਰਿਟੀ ਚਾਹੀਦੀ ਹੋਊਗੀ, ਜਿਵੇਂ ਕਿ ਫੰਡਾਮੈਂਟਲ ਰਾਈਟਸ ਨੂੰ ਤੁਸੀਂ ਅਮੈਂਡ ਕਰਨਾ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੂੰ ਅਮੈਂਡ ਕਰਨਾ, ਅਤੇ ਕੁਝ ਅਜਿਹੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਵਿੱਚ ਸਟੇਟ ਦੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ, ਜਿਵੇਂ ਕਿ ਤੁਸੀਂ ਪ੍ਰੈਜ਼ੀਡੈਂਟ ਦੀ ਪਾਵਰ ਨੂੰ ਮੋਲਡ ਕਰਨਾ, ਸੁਪਰੀਮ ਕੋਰਟ ਦੀ ਪਾਵਰ ਨੂੰ ਮੋਲਡ ਕਰਨਾ, ਹਾਈ ਕੋਰਟ ਦੀ ਪਾਵਰ ਨੂੰ ਮੋਲਡ ਕਰਨਾ, ਜਾਂ ਕੋਈ ਆਪਣੀ ਯੂਨੀਅਨ ਲਿਸਟ ਦੇ ਵਿੱਚ ਬਦਲਾਵ ਲੈ ਕੇ ਆਉਣਾ, ਸਟੇਟ ਲਿਸਟ ਦੇ ਵਿੱਚ ਬਦਲਾਵ ਲੈ ਕੇ ਆਉਣਾ। ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਛੇੜਖਾਨੀ ਕਰਨੀ ਹੈ, ਤੁਹਾਨੂੰ ਸਟੇਟਾਂ ਦੀ ਮਨਜ਼ੂਰੀ ਵੀ ਲੈਣੀ ਪਊਗੀ। ਕਿੰਨੀਆਂ ਸਟੇਟਾਂ ਦੀ ਮਨਜ਼ੂਰੀ ਲੈਣੀ ਪਊਗੀ? 1/2+1 ਦੀ ਮਨਜ਼ੂਰੀ ਲੈਣੀ ਪੈਣੀ ਹੈ, ਠੀਕ ਹੈ ਜੀ। ਸੋ ਇਹਨੇ ਬਾਰੇ ਆਪਾਂ ਪੜ੍ਹਦੇ ਹਾਂ। ਸੋ ਇਸ ਢੰਗ ਦੇ ਨਾਲ ਤੁਹਾਨੂੰ ਸਮਝ ਆ ਗਿਆ ਹੋਊਗਾ ਵੀ ਜਿਹੜਾ ਆਪਣਾ ਅਮੈਂਡਮੈਂਟ ਦਾ ਪ੍ਰੋਸੀਜਰ ਹੈਗਾ ਨਾ ਤਾਂ ਫਲੈਕਸੀਬਲ ਹੈਗਾ, ਨਾ ਹੀ ਬਹੁਤ ਜ਼ਿਆਦਾ ਰਿਜਿਡ ਹੈਗਾ। ਸੋ ਦੋਨਾਂ ਦਾ ਸਿੰਥੇਸਿਸ ਹੈਗਾ। ਸਿੰਥੇਸਿਸ ਦਾ ਮਤਲਬ ਕੀ ਹੁੰਦਾ? ਦੋਨਾਂ ਦਾ ਮਿਕਸਚਰ ਹੋਣਾ, ਠੀਕ ਹੈ ਜੀ, ਦੋਨਾਂ ਚੀਜ਼ਾਂ ਦਾ ਮਿਲਾਵਟ ਨਾਲ ਬਣਿਆ ਹੋਇਆ ਆਪਣਾ ਸੰਵਿਧਾਨ। ਵੈਸੇ ਤਾਂ ਆਪਣਾ ਜਿਹੜਾ ਸੰਵਿਧਾਨ ਹੈਗਾ ਬਹੁਤ ਹੀ ਸਾਰੀਆਂ ਮਤਲਬ ਬਹੁਤ ਸਾਰੇ ਕੀ ਨਾਮ ਕਹਿ ਸਕਦੇ ਹਾਂ ਕੌਨਸਟੀਟਿਊਸ਼ਨ ਤੋਂ ਬੋਰੋ ਕੀਤਾ ਹੋਇਆ। ਜਿਹੜਾ ਆਪਣਾ ਅਮੈਂਡਮੈਂਟ ਪ੍ਰੋਸੀਜਰ ਵੀ ਆਪਾਂ ਬੋਰੋ ਕੀਤਾ ਸਾਊਥ ਅਫਰੀਕਾ ਦੇ ਕੌਨਸਟੀਟਿਊਸ਼ਨ ਤੋਂ, ਜਿਵੇਂ ਤੁਹਾਨੂੰ ਪਤਾ ਹੀ ਹੋਊਗਾ, ਆਪਾਂ ਪੜ੍ਹ ਕੇ ਆਏ ਸੀਗੇ ਇਹ ਚੀਜ਼ਾਂ। ਆਰਟੀਕਲ ਨੰਬਰ 368 ਪਾਰਟ 20 ਆਫ ਦਾ ਕੌਨਸਟੀਟਿਊਸ਼ਨ ਡੀਲ ਵਿਦ ਦਾ ਪਾਵਰ ਆਫ ਦਾ ਪਾਰਲੀਮੈਂਟ ਟੂ ਅਮੈਂਡ ਦਾ ਕੌਨਸਟੀਟਿਊਸ਼ਨ ਐਂਡ ਇਟਸ ਪ੍ਰੋਸੀਜਰ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜਾ ਆਰਟੀਕਲ ਨੰਬਰ 368 ਹੈਗਾ ਅਤੇ ਪਾਰਟ 20 ਦੇ ਵਿੱਚ ਮੈਂਸ਼ਨ ਕੀਤੀ ਹੋਈ ਆਪਣੇ ਸੰਵਿਧਾਨ ਨੂੰ ਅਮੈਂਡ ਕਰਨ ਦੇ ਪ੍ਰੋਸੀਜਰ ਦੀ, ਵੀ ਆਪਣੇ ਸੰਵਿਧਾਨ ਨੂੰ ਅਮੈਂਡ ਕਿਸ ਢੰਗ ਦੇ ਨਾਲ ਕੀਤਾ ਜਾ ਸਕਦਾ ਹੁੰਦਾ। ਇਹ ਕਿਹਦੇ ਵਿੱਚ ਮੈਂਸ਼ਨ ਕੀਤਾ ਹੋਇਆ? ਇਹ ਆਰਟੀਕਲ ਨੰਬਰ 368 ਦੇ ਵਿੱਚ ਮੈਂਸ਼ਨ ਕੀਤਾ ਹੋਇਆ, ਜਿਹੜਾ ਕਿ ਪਾਰਟ 20 ਦੇ ਵਿੱਚ ਹੈਗਾ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਆਰਟੀਕਲ ਨੰਬਰ 316 ਦਾ ਪਾਰਟ 20th of the constitution deal with the powers of the parliament to amend the constitution and its procedure। extremely important point ਹੈਗਾ। ਸੋ ਤੁਸੀਂ ਇਹਨੂੰ ਧਿਆਨ ਦੇ ਨਾਲ ਪੜ੍ਹਨਾ। ਜਿਹੜਾ 368 ਆਰਟੀਕਲ ਹੈਗਾ ਇਹੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜਾ ਅਮੈਂਡਮੈਂਟ ਪ੍ਰੋਸੀਜਰ ਹੈਗਾ ਕਿਹੜੇ ਆਰਟੀਕਲ ਦੇ ਵਿੱਚ ਮੈਂਸ਼ਨ ਕੀਤਾ ਹੋਇਆ, ਤਾਂ ਆਪਣਾ ਆਨਸਰ ਆ ਜਾਊਗਾ 368 ਨੰਬਰ ਆਰਟੀਕਲ ਦੇ ਵਿੱਚ ਜਿਹੜਾ ਆਪਣਾ ਅਮੈਂਡਮੈਂਟ ਪ੍ਰੋਸੀਜਰ ਮੈਂਸ਼ਨ ਕੀਤਾ ਹੋਇਆ। ਹੁਣ ਤੱਕ ਆਪਾਂ ਜਿੰਨੇ ਵੀ ਆਰਟੀਕਲ ਪੜ੍ਹੇ ਹੈ ਉਹਨਾਂ ਦੀ ਥੋੜ੍ਹੀ ਜਿਹੀ ਰਿਵੀਜ਼ਨ ਕਰਵਾ ਦੇਣਾ, ਪਾਰਟਸ ਦੀ ਰਿਵੀਜ਼ਨ ਕਰਵਾ ਦੇਣਾ ਤੁਹਾਨੂੰ, ਜਿਵੇਂ ਕਿ ਫੰਡਾਮੈਂਟਲ ਰਾਈਟਸ ਕਿਹੜੇ ਪਾਰਟ ਦੇ ਵਿੱਚ ਹੈਗੇ ਆ? ਪਾਰਟ 3 ਦੇ ਵਿੱਚ। ਡਾਇਰੈਕਟਿਵ ਪ੍ਰਿੰਸੀਪਲ ਕਿਹੜੇ ਪਾਰਟ ਦੇ ਵਿੱਚ ਹੈਗੇ ਆ? ਪਾਰਟ 4 ਦੇ ਵਿੱਚ। ਫੰਡਾਮੈਂਟਲ ਡਿਊਟੀਜ਼ ਕਿਹੜੇ ਪਾਰਟ ਦੇ ਵਿੱਚ ਹੈਗੀਆਂ? ਪਾਰਟ 4A ਦੇ ਵਿੱਚ, ਠੀਕ ਹੈ ਜੀ। ਆਰਟੀਕਲ ਕਿਹੜੇ ਕਿਹੜੇ ਡੀਲ ਕਰਦੇ ਆ ਫੰਡਾਮੈਂਟਲ ਰਾਈਟਸ ਦੇ ਨਾਲ? 12 ਤੋਂ ਲੈ ਕੇ 35। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਨਾਲ ਕਿਹੜੇ ਕਿਹੜੇ ਆਰਟੀਕਲ ਡੀਲ ਕਰਦੇ ਆ? ਤਾਂ ਆਪਣਾ ਆਨਸਰ ਆ ਜਾਊਗਾ 36 ਤੋਂ ਲੈ ਕੇ 51 ਆਰਟੀਕਲ ਤੱਕ। ਫੰਡਾਮੈਂਟਲ ਡਿਊਟੀਜ਼ ਦੇ ਨਾਲ ਕਿਹੜਾ ਆਰਟੀਕਲ ਡੀਲ ਕਰਦਾ? ਤਾਂ ਆਪਣਾ ਆਨਸਰ ਆ ਜਾਊਗਾ 51A ਆਰਟੀਕਲ, ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਐਮਰਜੈਂਸੀ ਪ੍ਰੋਵੀਜ਼ਨ ਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਇੰਪੋਰਟੈਂਟ ਸੀਗੇ? 352, 356 ਅਤੇ 360 ਆਰਟੀਕਲ। 352 ਦੇ ਵਿੱਚ ਨੈਸ਼ਨਲ ਐਮਰਜੈਂਸੀ, 356 ਦੇ ਵਿੱਚ ਆਪਣੀ ਪ੍ਰੈਜ਼ੀਡੈਂਸ਼ੀਅਲ ਐਮਰਜੈਂਸੀ, 360 ਆਰਟੀਕਲ ਦੇ ਵਿੱਚ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ। ਸੋ ਹੁਣ ਤੱਕ ਆਪਣੀ ਜਿਹੜੀ ਸੀਗੀ ਤੁਹਾਨੂੰ ਰਿਵੀਜ਼ਨ ਵੀ ਕਰਵਾਤੀ ਹੈ, ਜਿਹੜੇ ਜਿਹੜੇ ਆਰਟੀਕਲ ਅਤੇ ਜਿਹੜੀ ਆਪਣੀ ਗੱਲ ਹੈਗੀ ਹੈ। ਅਤੇ ਬਾਕੀ ਆਪਣੇ ਸੰਵਿਧਾਨ ਦੇ ਵਿੱਚ ਗੱਲ ਕਰੀਏ ਤਾਂ ਆਪਣੇ ਸੰਵਿਧਾਨ ਦੇ ਵਿੱਚ 25 ਪਾਰਟ ਹੈਗੇ ਹੈ, 12 ਸ਼ੈਡਿਊਲ ਹੈਗੇ ਹੈ ਅਤੇ 465 ਆਰਟੀਕਲ ਹੈਗੇ ਹੈ। ਸੋ ਬਹੁਤ ਇੰਪੋਰਟੈਂਟ ਹੈਗਾ। ਸੋ 368 ਨੰਬਰ ਆਰਟੀਕਲ ਅਮੈਂਡਮੈਂਟ ਪ੍ਰੋਸੀਜਰ ਦੇ ਨਾਲ ਡੀਲ ਕਰਦਾ ਹੈ। ਹਾਊਐਵਰ ਦਾ ਪਾਰਲੀਮੈਂਟ ਕੈਨ ਨਾਟ ਅਮੈਂਡ ਦੋਜ਼ ਪ੍ਰੋਵੀਜ਼ਨ ਵਿਚ ਫਾਰਮ ਦਾ ਬੇਸਿਕ ਸਟਰਕਚਰ ਆਫ ਦਾ ਕੌਨਸਟੀਟਿਊਸ਼ਨ। ਦਿਸ ਵਾਜ਼ ਰੂਲਡ ਬਾਈ ਦਾ ਸੁਪਰੀਮ ਕੋਰਟ ਇਨ ਦਾ ਕੇਸ਼ਵਨੰਦਨ ਭਾਰਤੀ ਕੇਸ। ਸੋ ਇਹ ਚੀਜ਼ਾਂ ਤਾਂ ਮੈਂ ਤੁਹਾਨੂੰ ਕੱਲ੍ਹ ਵੀ ਸਮਝਾਇਆ ਸੀਗਾ ਜਦੋਂ ਆਪਣਾ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ ਪੜ੍ਹਿਆ ਸੀਗਾ। ਉਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਆਪਣਾ ਸੰਵਿਧਾਨ ਹੈ ਉਹਦਾ ਬੇਸਿਕ ਸਟਰਕਚਰ ਨਹੀਂ ਅਮੈਂਡ ਕੀਤਾ ਜਾ ਸਕਦਾ ਪਾਰਲੀਮੈਂਟ ਦੁਆਰਾ, ਹੋਰ ਕੁਛ ਵੀ ਪਾਰਲੀਮੈਂਟ ਅਮੈਂਡ ਕਰ ਸਕਦੀ ਹੈ, ਠੀਕ ਹੈ ਜੀ। ਬੇਸਿਕ ਸਟਰਕਚਰ ਕਿਹੜੇ ਕੇਸ 'ਚ ਉੱਭਰ ਕੇ ਸਾਹਮਣੇ ਆਇਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਕੇਸ਼ਵਨੰਦਨ ਭਾਰਤੀ ਕੇਸ 1973 ਦੇ ਵਿੱਚੋਂ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ ਦਾ ਜਿਹੜਾ ਪਹਿਲੀ ਵਾਰੀ ਆਈਡੀਆ ਹੈਗਾ ਉਹ ਉੱਭਰ ਕੇ ਸਾਹਮਣੇ ਆਇਆ ਸੀਗਾ, ਠੀਕ ਹੈ ਜੀ। ਜਿਵੇਂ ਹੁਣ ਲੇਟੈਸਟ ਹੀ PPSC ਦਾ ਪੇਪਰ ਆਇਆ ਸੀਗਾ, ਉਹਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਜਿਹੜਾ ਆਪਣਾ PIL ਦਾ ਸਿਸਟਮ ਹੈਗਾ, ਪਬਲਿਕ ਇੰਟਰਸਟ ਲਿਟੀਗੇਸ਼ਨ ਸਿਸਟਮ ਹੈਗਾ, ਉਹ ਕਿਹੜੇ ਜੱਜ ਦੁਆਰਾ ਮਤਲਬ ਇੰਟਰੋਡਿਊਸ ਕੀਤਾ ਗਿਆ? ਤਾਂ ਆਪਣਾ ਆਨਸਰ ਆ ਜਾਣਾ ਸੀਗਾ PN ਭਗਵਤੀ ਦੁਆਰਾ। ਸੋ ਇਹ PPSC ਜਿਹੜਾ ਹੈਡਮਾਸਟਰ ਵਾਲਾ ਹੁਣੇ ਪੇਪਰ ਹੋਇਆ ਉਹਦੇ ਵਿੱਚ ਆਹ ਵਾਲੀ ਚੀਜ਼ ਪੁੱਛੀ ਹੋਈ ਹੈ। ਹੋਪਫੁਲੀ ਤੁਸੀਂ ਵੇਖਿਆ ਹੋਊਗਾ ਸਾਰਿਆਂ ਨੇ ਪੇਪਰ। ਅਗਰ ਕਿਸੇ ਨੇ ਉਹ ਪੇਪਰ ਨਹੀਂ ਵੇਖਿਆ ਤਾਂ ਜਾ ਕੇ ਜ਼ਰੂਰ ਵੇਖੋ। ਜਿਹੜੇ ਵੀ ਪ੍ਰੀਵੀਅਸ ਈਅਰ PPSC ਨੇ ਪੇਪਰ ਕੰਡਕਟ ਕੀਤੇ ਆ ਤੁਸੀਂ ਸਾਰੇ ਜਾ ਕੇ ਵੇਖੋ, ਐਕਸਟ੍ਰੀਮਲੀ ਇੰਪੋਰਟੈਂਟ ਆਪਣੇ ਲਈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ।
ਸੋ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ ਵਾਰ-ਵਾਰ, ਹੁਣ ਨੈਕਸਟ ਟੌਪਿਕ ਸਟਾਰਟ ਹੋ ਗਿਆ ਫੈਡਰਲ ਫੀਚਰਸ। ਜਿਵੇਂ ਆਪਾਂ ਵਾਰ-ਵਾਰ ਗੱਲ ਕਰ ਰਹੇ ਸੀਗੇ ਵੀ ਫੈਡਰਲਿਜ਼ਮ ਹੁੰਦਾ ਕੀ ਹੈ ਜਾਂ ਫੈਡਰਲ ਫੀਚਰ ਹੁੰਦਾ ਕੀ ਹੈ, ਆਪਾਂ ਥੋੜ੍ਹਾ ਜਿਹਾ ਉਹਦੇ ਵਿੱਚ ਬਾਰੇ ਪੜ੍ਹਾਂਗੇ ਕਿਉਂਕਿ ਇਹ ਵਰਡ ਵਾਰੀ-ਵਾਰੀ ਆਉਣਗੇ। ਮੈਂ ਨਹੀਂ ਚਾਹੁੰਦਾ ਵੀ ਤੁਹਾਨੂੰ ਆਪਾਂ ਪੋਲਿਟੀ ਕਰਵਾ ਰਹੇ ਹਾਂ ਤਾਂ ਮਤਲਬ ਆਪਾਂ ਜਸਟ ਗੋ ਥਰੂ ਹੋ ਜਾਈਏ ਪੋਲਿਟੀ, ਤਾਂ ਆਪਾਂ ਬਹੁਤ ਹੀ ਆਰਾਮ ਦੇ ਨਾਲ ਡਿਟੇਲ ਦੇ ਨਾਲ ਪੋਲਿਟੀ ਨੂੰ ਕਰਾਂਗੇ। ਸੋ ਪੜ੍ਹਦੇ ਆਪਾਂ ਥੋੜ੍ਹਾ ਜਿਹਾ ਪੋਲਿਟੀ ਬਾਰੇ ਵੀ ਫੈਡਰਲ ਫੀਚਰ ਕੀ ਹੁੰਦਾ। ਜੇ ਮੈਂ ਤੁਹਾਨੂੰ ਇਹ ਚੀਜ਼ਾਂ ਤਾਂ ਆਲਰੇਡੀ ਵੀ ਦੱਸ ਚੁੱਕਿਆ ਵੀ ਹੁੰਦਾ ਕੀ ਹੈ, ਮਤਲਬ ਮੋਟਾ-ਮੋਟਾ ਤਾਂ ਤੁਹਾਨੂੰ ਸਮਝਾ ਚੁੱਕਿਆ। ਜਿੱਥੇ ਕਲੀਅਰ ਕੱਟ ਡਿਵੀਜ਼ਨ ਹੁੰਦੀ ਹੈ ਪਾਵਰਸ ਦੀ, ਉਹਨੂੰ ਕਿਹਾ ਜਾਂਦਾ ਫੈਡਰਲ ਫੀਚਰਸ। ਮਤਲਬ ਸਟੇਟ ਕੋਲ ਆਪਣੀਆਂ ਅੱਡ ਪਾਵਰਸ ਹੈ, ਸੈਂਟਰ ਕੋਲ ਆਪਣੀਆਂ ਅੱਡ ਪਾਵਰਸ ਹੈ। ਜਿਵੇਂ ਕਿ ਸਭ ਤੋਂ ਵੱਡਾ ਫੈਡਰਲ ਫੀਚਰ ਕੀ ਹੈਗਾ, ਯੂਨੀਅਨ ਲਿਸਟ ਦਾ ਹੋਣਾ, ਸਟੇਟ ਲਿਸਟ ਦਾ ਹੋਣਾ ਅਤੇ ਕੌਂਕਰੈਂਟ ਲਿਸਟ ਦਾ ਹੋਣਾ। ਠੀਕ ਹੈ ਜੀ, ਸੋ ਸਭ ਤੋਂ ਵੱਡਾ ਹੀ ਫੈਡਰਲ ਫੀਚਰ ਹੈਗਾ। ਉਹਨੇ ਬਾਰੇ ਆਪਾਂ ਪੜ੍ਹਦੇ ਹਾਂ। ਵੈਸੇ ਤਾਂ ਇਹ ਬਹੁਤ ਹੀ ਛੋਟੀ ਗੱਲ ਹੈਗੀ ਹੈ, ਪਰ ਮਤਲਬ ਕਹਿ ਸਕਦੇ ਹਾਂ ਪ੍ਰੋਮੀਨੈਂਟ ਫੀਚਰ ਆਹੀ ਹੈਗਾ ਆਪਣਾ, ਜਿੱਥੇ ਕਲੀਅਰ ਕੱਟ ਡਿਵੀਜ਼ਨ ਦਿੱਤੀ ਹੋਈ ਹੈ। ਹੁਣ ਮੈਂ ਤੁਹਾਨੂੰ ਪੁੱਛ ਲਵਾਂ ਵੀ ਜਿਹੜਾ ਆਪਣਾ ਯੂਨੀਅਨ ਲਿਸਟ ਜਾਂ ਸਟੇਟ ਲਿਸਟ ਹੈਗੀਆਂ ਕਿਹੜੇ ਸ਼ਡਿਊਲ ਦੇ ਵਿੱਚ ਹੈਗੀਆਂ, ਤਾਂ ਤੁਹਾਡਾ ਆਨਸਰ ਇੱਕਦਮ ਫਟਾਫਟ ਹੋਣਾ ਚਾਹੀਦਾ ਵੀ 7 ਸ਼ਡਿਊਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ। ਠੀਕ ਹੈ। ਸੋ ਪੋਲੀਟੀਕਲ ਸਾਇੰਟਿਸਟ ਹੈਵ ਕਲਾਸੀਫਾਈਡ ਗੌਰਮੈਂਟ ਇਨਟੂ ਯੂਨਾਈਟਰੀ ਐਂਡ ਦਾ ਫੈਡਰਲ ਔਨ ਦਾ ਬੇਸਿਸ ਔਫ ਨੇਚਰ ਆਫ ਰਿਲੇਸ਼ਨ ਬਿਟਵੀਨ ਦਾ ਨੈਸ਼ਨਲ ਗੌਰਮੈਂਟ ਐਂਡ ਦਾ ਰੀਜਨਲ ਗੌਰਮੈਂਟ। ਸੋ ਜਿਹੜੇ ਪੋਲੀਟੀਕਲ ਸਾਇੰਟਿਸਟ ਹੈਗੇ ਆ ਉਹਨਾਂ ਨੇ ਕਲਾਸੀਫਾਈਡ ਕੀਤਾ ਦੋ ਤਰ੍ਹਾਂ ਦੀ ਗੌਰਮੈਂਟ ਹੁੰਦੀਆਂ, ਇੱਕ ਤਾਂ ਹੁੰਦੀ ਯੂਨਾਈਟਰੀ ਗੌਰਮੈਂਟ, ਇੱਕ ਹੁੰਦੀ ਹੈ ਫੈਡਰਲ ਗੌਰਮੈਂਟ। ਯੂਨਾਈਟਰੀ ਦੇ ਵਿੱਚ ਕੀ ਹੁੰਦਾ, ਜਿਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਪਾਵਰ ਸੈਂਟਰ ਗੌਰਮੈਂਟ ਕੋਲ ਹੁੰਦੀਆਂ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮੋਨਾਰਕੀ ਨੂੰ ਕਿਹਾ ਜਾ ਸਕਦਾ ਹੁੰਦਾ। ਮਿਡਲ ਈਸਟ ਕੰਟਰੀ ਦੇ ਵਿੱਚ ਜਿਹੜਾ ਰਾਜਾ ਹੁੰਦਾ ਉਹਦੇ ਕੋਲ ਹੀ ਸਾਰੀਆਂ ਦੀਆਂ ਸਾਰੀਆਂ ਪਾਵਰਸ ਹੁੰਦੀਆਂ, ਉਹਨੂੰ ਯੂਨਾਈਟਰੀ ਫਾਰਮ ਆਫ ਗੌਰਮੈਂਟ ਵੀ ਕਿਹਾ ਜਾ ਸਕਦਾ। ਫੈਡਰਲ ਗੌਰਮੈਂਟ ਕੀ ਹੁੰਦੀ ਹੈ, ਜਿਹਦੇ ਵਿੱਚ ਪਾਵਰ ਦੀ ਡਿਵੀਜ਼ਨ ਹੋਵੇ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਦਾ ਨੇਚਰ ਆਫ ਦਾ ਰਿਲੇਸ਼ਨ ਬਿਟਵੀਨ ਦਾ ਨੈਸ਼ਨਲ ਗੌਰਮੈਂਟ ਐਂਡ ਦਾ ਰੀਜਨਲ ਗੌਰਮੈਂਟ। ਸੋ ਨੈਸ਼ਨਲ ਗੌਰਮੈਂਟ ਕਿਹੜੀ ਹੋਗੀ, ਜਿਹੜੀ ਆਪਣੀ ਸੈਂਟਰ ਦੇ ਵਿੱਚ ਹੋਗੀ। ਰੀਜਨਲ ਗੌਰਮੈਂਟ ਜਿਹੜੀਆਂ ਸਟੇਟ ਗੌਰਮੈਂਟ ਦੇ ਵਿੱਚ, ਜਿੱਥੇ ਡਿਵੀਜ਼ਨ ਹੋਵੇ ਪਾਵਰ ਦੀ। ਬਾਈ ਦੀ ਡੈਫੀਨੇਸ਼ਨ, ਯੂਨਾਈਟਰੀ ਗੌਰਮੈਂਟ ਇਜ਼ ਵਨ ਵਿਚ ਆਲ ਦਾ ਪਾਵਰਸ ਆਰ ਵੈਸਟਿਡ ਇਨ ਦਾ ਨੈਸ਼ਨਲ ਗੌਰਮੈਂਟ। ਜਿਵੇਂ ਮੈਂ ਚੀਜ਼ ਤਾਂ ਤੁਹਾਨੂੰ ਆਲਰੇਡੀ ਵੀ ਸਮਝਾ ਚੁੱਕਿਆ ਵੀ ਜਿਹੜਾ ਯੂਨਾਈਟਰੀ ਗੌਰਮੈਂਟ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ, ਜਿਹੜੀਆਂ ਸਾਰੀਆਂ ਪਾਵਰਸ ਹੁੰਦੀਆਂ ਕੰਸਨਟਰੇਟਿਡ ਹੁੰਦੀਆਂ ਕਿਹਦੇ ਕੋਲ, ਸੈਂਟਰ ਗੌਰਮੈਂਟ ਕੋਲ। ਨੈਕਸਟ ਕੀ ਹੈਗਾ, ਇਹ ਫੈਡਰਲ ਗੌਰਮੈਂਟ ਔਨ ਦਾ ਅਦਰ ਹੈਂਡ ਇਜ਼ ਵਨ ਆਫ ਦਾ ਵਿਚ ਪਾਵਰ ਆਰ ਡਿਵਾਈਡਡ ਬਿਟਵੀਨ ਦਾ ਨੈਸ਼ਨਲ ਗੌਰਮੈਂਟ ਐਂਡ ਦਾ ਰੀਜਨਲ ਗੌਰਮੈਂਟ। ਫੈਡਰਲ ਗੌਰਮੈਂਟ ਵਿੱਚ ਕੀ ਹੁੰਦਾ, ਜਿੱਥੇ ਪਾਵਰ ਦੀ ਕਲੀਅਰ ਕੱਟ ਡਿਵੀਜ਼ਨ ਹੁੰਦੀ ਹੈ ਸੈਂਟਰ ਗੌਰਮੈਂਟ ਅਤੇ ਸਟੇਟ ਗੌਰਮੈਂਟ ਦੇ ਵਿੱਚ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਪੜ੍ਹਦੇ ਹਾਂ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਯੂਨਾਈਟਰੀ ਫੀਚਰ ਕਿਹੜੇ ਹੈਗੇ ਆ ਅਤੇ ਫੈਡਰਲ ਫੀਚਰ ਕਿਹੜੇ ਹੈਗੇ ਆ। ਵੈਸੇ ਤੁਹਾਨੂੰ ਪਤਾ ਹੋਊਗਾ ਵੀ ਜਿਹੜਾ ਆਪਣਾ ਇੰਡੀਆ ਦਾ ਸੰਵਿਧਾਨ ਹੈਗਾ ਦੋ ਚੀਜ਼ਾਂ ਦਾ ਮਿਕਸਚਰ ਹੈਗਾ। ਉਹ ਹੈਗਾ ਯੂਨਾਈਟਰੀ ਫੀਚਰਸ ਅਤੇ ਫੈਡਰਲ ਫੀਚਰ ਦਾ ਮਿਕਸਚਰ ਹੈਗਾ। ਦੋਨੇ ਮਿਲ ਕੇ ਹੀ ਆਪਣੇ ਸੰਵਿਧਾਨ ਨੂੰ ਬੁਲਾਉਂਦੇ ਆ। ਆਪਣਾ ਜਿਹੜਾ ਐਬਸੋਲਿਊਟ ਫੈਡਰਲ ਸਿਸਟਮ ਨਹੀਂ ਕਿਹਾ ਜਾ ਸਕਦਾ ਆਪਣੇ ਸੰਵਿਧਾਨ ਨੂੰ। ਐਬਸੋਲਿਊਟ ਕੀ ਹੁੰਦਾ, ਪੂਰੇ ਦਾ ਪੂਰਾ ਫੈਡਰਲ। ਜਿਵੇਂ ਕਿ US ਦਾ ਫੈਡਰਲ ਸਿਸਟਮ ਹੈਗਾ। US ਇੱਕ ਪ੍ਰੋਪਰ ਫੈਡਰਲ ਸਟੇਟ ਹੈਗੀ ਹੈ, ਆਪਣਾ ਇੰਡੀਆ ਇੱਕ ਪ੍ਰੋਪਰ ਫੈਡਰਲ ਸਟੇਟ ਹੈ ਨਹੀਂਗਾ। ਠੀਕ ਹੈ ਜੀ। ਸੋ ਡਿਫਰੈਂਸ਼ੀਏਟ ਕਰਦੇ ਹਾਂ ਵੀ ਫੈਡਰਲ ਫੀਚਰ ਅਤੇ ਯੂਨਾਈਟਰੀ ਫੀਚਰ ਦੇ ਵਿੱਚ ਆਪਾਂ ਡਿਫਰੈਂਸ਼ੀਏਟ ਕਰਦੇ ਹਾਂ ਵੀ ਕਿਹੜੇ ਕਿਹੜੇ ਯੂਨਾਈਟਰੀ ਫੀਚਰ ਹੈਗੇ ਆ, ਕਿਹੜੇ ਕਿਹੜੇ ਫੈਡਰਲ ਫੀਚਰ ਹੈਗੇ ਆ। ਡਿਊਅਲ ਗੌਰਮੈਂਟ, ਦੈਟ ਇਜ਼ ਨੈਸ਼ਨਲ ਗੌਰਮੈਂਟ ਐਂਡ ਦਾ ਰੀਜਨਲ ਗੌਰਮੈਂਟ। ਠੀਕ ਹੈ ਜੀ। ਇੱਕ ਤਾਂ ਸਟੇਟ 'ਤੇ ਗੌਰਮੈਂਟ ਹੋਣਾ, ਇੱਕ ਸੈਂਟਰ 'ਤੇ ਗੌਰਮੈਂਟ ਹੋਣਾ, ਇਹ ਉਹਨੂੰ ਕਿਹਾ ਜਾਂਦਾ ਫੈਡਰਲ ਫੀਚਰ ਦੇ ਵਿੱਚ ਆ ਜਾਂਦਾ। ਯੂਨਾਈਟਰੀ ਫੀਚਰ ਕੀ ਹੁੰਦਾ, ਸਿੰਗਲ ਗੌਰਮੈਂਟ ਹੋਣਾ। ਠੀਕ ਹੈ ਜੀ। ਨੈਕਸਟ ਆ ਜਾਂਦਾ ਰਿਟਨ ਕੌਨਸਟੀਟਿਊਸ਼ਨ। ਰਿਟਨ ਕੌਨਸਟੀਟਿਊਸ਼ਨ ਵੀ ਫੈਡਰਲ ਫੀਚਰ ਦਾ ਪਾਰਟ ਹੈ। ਆਪਾਂ ਨੂੰ ਉੱਥੇ 4 ਆਪਸ਼ਨ ਦੇ ਦਿੱਤੀਆਂ ਜਾਣਗੀਆਂ। ਆਪਾਂ ਨੂੰ ਪੁੱਛ ਲਿਆ ਜਾਊਗਾ ਵੀ ਕਿਹੜਾ ਇਹਨਾਂ 'ਚੋਂ ਫੈਡਰਲ ਫੀਚਰ ਦਾ ਪਾਰਟ ਹੈ ਨਹੀਂਗਾ। ਤੁਸੀਂ ਇਹਨਾਂ ਨੂੰ ਬਹੁਤ ਹੀ ਮਤਲਬ ਬਰੀਕੀ ਦੇ ਨਾਲ ਯਾਦ ਕਰਕੇ ਜਾਣਾ ਵੀ ਕਿਹੜਾ ਫੈਡਰਲ ਫੀਚਰ ਹੈਗਾ ਕਿ ਕਿਹੜਾ ਨਹੀਂ ਹੈਗਾ। ਕੌਨਸਟੀਟਿਊਸ਼ਨ ਮੇ ਬੀ ਰਿਟਨ ਔਰ ਅਨਰਿਟਨ, ਵੀ ਜਾਂ ਤਾਂ ਕੌਨਸਟੀਟਿਊਸ਼ਨ ਲਿਖਿਆ ਹੋਵੇ ਭਾਵੇਂ ਨਾ ਲਿਖਿਆ ਹੋਵੇ, ਕੋਈ ਚੱਕਰ ਨਹੀਂਗਾ। ਉਹ ਕਿਹਦੇ ਵਿੱਚ ਆ ਜਾਂਦਾ ਹੁੰਦਾ, ਯੂਨਾਈਟਰੀ ਫੀਚਰ ਦੇ ਵਿੱਚ ਆ ਜਾਂਦਾ ਹੁੰਦਾ। ਡਿਵੀਜ਼ਨ ਆਫ ਪਾਵਰ ਬਿਟਵੀਨ ਦਾ ਨੈਸ਼ਨਲ ਐਂਡ ਦਾ ਰੀਜਨਲ ਗੌਰਮੈਂਟ, ਜਿਹੜੀ ਪਾਵਰ ਦੀ ਡਿਵੀਜ਼ਨ ਕਲੀਅਰ ਕੱਟ ਡਿਵੀਜ਼ਨ ਹੁੰਦੀ ਹੈ, ਇਹ ਕਿਹਦਾ ਫੀਚਰ ਹੈਗਾ, ਫੈਡਰਲ ਫੀਚਰ ਹੈਗਾ। ਫਿਰ ਨੈਕਸਟ ਹੈਗਾ ਸੁਪਰਮੇਸੀ ਆਫ ਦਾ ਕੌਨਸਟੀਟਿਊਸ਼ਨ। ਸੁਪਰਮੇਸੀ ਆਫ ਦਾ ਕੌਨਸਟੀਟਿਊਸ਼ਨ ਕੀ ਹੁੰਦਾ, ਵੀ ਉੱਥੇ ਸੰਵਿਧਾਨ ਦੀ ਹੀ ਚੱਲੂਗੀ, ਕਿਸੇ ਬੰਦੇ ਦੀ ਜਾਂ ਕਿਸੇ ਗੌਰਮੈਂਟ ਦੀ ਨਹੀਂ ਚੱਲੂਗੀ, ਉੱਥੇ ਸੰਵਿਧਾਨ ਦੀ ਚੱਲੂਗੀ। ਇਹ ਵੀ ਵਨ ਆਫ ਦਾ ਫੈਡਰਲ ਫੀਚਰ ਹੈਗਾ। ਕੌਨਸਟੀਟਿਊਸ਼ਨ ਮੇ ਬੀ ਸੁਪਰੀਮ ਔਰ ਮੇ ਨਾਟ ਬੀ ਸੁਪਰੀਮ, ਜਿੱਥੇ ਕੌਨਸਟੀਟਿਊਸ਼ਨ ਸੁਪਰੀਮ ਹੋਵੇ ਭਾਵੇਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ। ਇਹ ਯੂਨਾਈਟਰੀ ਫੀਚਰ ਦਾ ਪਾਰਟ ਹੈਗਾ। ਰਿਜਿਡ ਕੌਨਸਟੀਟਿਊਸ਼ਨ, ਰਿਜਿਡ ਕੌਨਸਟੀਟਿਊਸ਼ਨ ਕੀ ਹੁੰਦਾ, ਜਿਹੜੇ ਕੌਨਸਟੀਟਿਊਸ਼ਨ ਨੂੰ ਮੋਲਡ ਨਾ ਕੀਤਾ ਜਾ ਸਕੇ ਜਲਦੀ ਤੋਂ ਜਲਦੀ। ਠੀਕ ਹੈ ਜੀ। ਜਿਹੜਾ ਆਪਣਾ ਸੰਵਿਧਾਨ ਹੈਗਾ ਰਿਜਿਡ ਵੀ ਹੈਗਾ ਅਤੇ ਫਲੈਕਸੀਬਲ ਵੀ ਹੈਗਾ। ਤਾਂ ਹੀ ਆਪਾਂ ਕਹਿ ਦਿੰਦੇ ਹੁੰਦੇ ਹਾਂ ਜਿਹੜਾ ਆਪਣਾ ਕੌਨਸਟੀਟਿਊਸ਼ਨ ਹੈਗਾ ਉਹ ਫੈਡਰਲ ਵੀ ਹੈਗਾ ਅਤੇ ਯੂਨਾਈਟਰੀ ਵੀ ਹੈਗਾ। ਸੋ ਆਪਣਾ ਰਿਜਿਡ ਜਿਹੜਾ ਕੌਨਸਟੀਟਿਊਸ਼ਨ ਹੈਗਾ ਉਹ ਵੀ ਵਨ ਆਫ ਦਾ ਪਾਰਟ ਹੈਗਾ ਫੈਡਰਲ ਫੀਚਰ ਦਾ। ਕੌਨਸਟੀਟਿਊਸ਼ਨ ਮੇ ਬੀ ਰਿਜਿਡ ਔਰ ਫਲੈਕਸੀਬਲ, ਦੋਨਾਂ ਤਰ੍ਹਾਂ ਦੇ ਕੌਨਸਟੀਟਿਊਸ਼ਨ ਹੋ ਸਕਦੇ ਜਿਹੜੇ ਯੂਨਾਈਟਰੀ ਫੀਚਰ ਦੇ ਵਿੱਚ। ਇੰਡੀਪੈਂਡੈਂਟ ਜੁਡੀਸ਼ਰੀ, ਜੁਡੀਸ਼ਰੀ ਕਿਸੇ ਦੇ ਅਧੀਨ ਨਹੀਂ ਹੋਊਗੀ, ਇੰਡੀਪੈਂਡੈਂਟ ਹੋਊਗੀ। ਸਟੇਟ 'ਤੇ ਅੱਡ ਜਿਹੜੀ ਜੁਡੀਸ਼ਰੀ ਹੋਊਗੀ ਉਹ ਇੰਡੀਪੈਂਡੈਂਟ ਕੰਮ ਕਰੂਗੀ, ਸੈਂਟਰ 'ਤੇ ਜਿਹੜੀ ਜੁਡੀਸ਼ਰੀ ਹੋਊਗੀ ਅੱਡ ਕੰਮ ਕਰੂਗੀ। ਠੀਕ ਹੈ ਜੀ। ਸੋ ਇਹ ਵੀ ਵਨ ਆਫ ਦਾ ਫੈਡਰਲ ਫੀਚਰ ਹੈਗਾ। ਬਾਈ ਕੈਮਰਲ ਲੈਜਿਸਲੇਚਰ,
ਬਾਈ ਕੈਮਰਲ ਲੈਜਿਸਲੇਚਰ ਕੀ ਹੁੰਦਾ ਜਿੱਥੇ ਕੀ ਜਿਵੇਂ ਆਪਣੀ ਲੋਕ ਸਭਾ ਅਤੇ ਰਾਜ ਸਭਾ ਹੈਗੀ ਆ, ਇਸ ਚੀਜ਼ ਨੂੰ ਕਿਹਾ ਜਾਂਦਾ ਬਾਈ ਕੈਮਰਲ ਲੈਜਿਸਲੇਚਰ। ਬਾਈ ਕੈਮਰਲ ਦੇ ਵਿੱਚ ਕੀ ਹੁੰਦਾ, ਜਿਹੜੀ ਅੱਪਰ ਲੋਕ ਸਭਾ ਹੈਗਾ ਉੱਥੇ ਤਾਂ ਸੈਂਟਰ ਦੀ ਗਵਰਨਮੈਂਟ ਬਣ ਜਾਂਦੀ ਹੈ, ਠੀਕ ਹੈ। ਜਿਹੜਾ ਲੋਅਰ ਹਾਊਸ ਹੈਗਾ ਉੱਥੋਂ ਸਟੇਟ ਦੇ ਜਿਹੜੇ ਸਟੇਟ ਨੂੰ ਰੀਪ੍ਰਜੈਂਟ ਕਰਨ ਵਾਲੇ ਬੰਦੇ ਬੈਠੇ ਆ ਰਾਜ ਸਭਾ ਦੇ ਵਿੱਚ, ਠੀਕ ਹੈ। ਅੱਪਰ ਹਾਊਸ ਦੇ ਵਿੱਚ ਕੀ ਹੁੰਦਾ, ਜਿੱਥੇ ਸਟੇਟ ਦੇ ਬੰਦੇ ਰੀਪ੍ਰਜੈਂਟ ਕਰ ਰਹੇ ਆ ਸਟੇਟਸ ਨੂੰ। ਸੋ ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਹੁੰਦਾ, ਬਾਈ ਕੈਮਰਲ ਲੈਜਿਸਲੇਚਰ, ਜਿੱਥੇ ਦੋ ਤਰ੍ਹਾਂ ਦੀਆਂ ਲੈਜਿਸਲੇਚਰਸ ਹੋਣ, ਰਾਜ ਸਭਾ ਜਾਂ ਲੋਕ ਸਭਾ ਇੰਡੀਆ ਦੇ ਵਿੱਚ ਆਪਾਂ ਗੱਲ ਕੀਤੀ ਜਾਵੇ ਤਾਂ। ਸੋ ਅੱਜ ਲਈ ਆਪਾਂ ਇੰਨਾ ਹੀ ਪੜ੍ਹਾਂਗੇ ਅਤੇ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀ CBC ਐਗਜ਼ਾਮ ਗੁਰੂ ਐਪ ਨੂੰ ਡਾਊਨਲੋਡ ਕਰ ਲੈਣਾ ਅਤੇ ਤੁਸੀਂ ਉੱਥੇ ਵੱਖ-ਵੱਖ ਜਿਹੜੇ CBC ਐਗਜ਼ਾਮ ਗੁਰੂ ਦੇ ਕੋਰਸਿਸ ਚੱਲ ਰਹੇ ਆ, ਜਿਵੇਂ ਕਿ ਪਟਵਾਰੀ ਦੇ ਕੋਰਸਿਸ ਜਾਂ ਫਿਰ ਨਾਇਬ ਤਹਿਸੀਲਦਾਰ ਦੇ ਕੋਰਸਿਸ, ਤੁਸੀਂ ਜੁਆਇਨ ਕਰ ਸਕਦੇ ਹੋ। ਐਕਸਟ੍ਰੀਮਲੀ ਰੈਲੇਵੈਂਟ ਕੰਟੈਂਟ ਤੁਹਾਨੂੰ ਵੇਖਣ ਨੂੰ ਮਿਲ ਜੂਗਾ ਉੱਥੇ। ਸੋ ਡਾਊਨਲੋਡ ਕਰੋ ਹੁਣੇ ਐਪ ਨੂੰ ਅਤੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਉੱਥੇ ਵੇਖ ਸਕਦੇ ਹੋ ਅਤੇ ਕਰੰਟ ਅਫੇਅਰ ਡਾਊਨਲੋਡ ਕਰ ਸਕਦੇ ਹੋ। ਫ੍ਰੀ ਆਫ ਕੋਸਟ ਅਪਡੇਟਿਡ ਕਰੰਟ ਅਫੇਅਰਸ ਮਿਲਣਗੇ ਤੁਹਾਨੂੰ। ਸੋ ਉੱਥੇ ਜਾ ਕੇ ਸਾਰੇ ਆਪਣੇ ਡਿਵਰਸ ਬੈਨੀਫਿਟ ਤੁਸੀਂ ਉਠਾ ਸਕਦੇ ਹੋ। ਥੈਂਕ ਯੂ ਸੋ ਮਚ।